ਅੱਜ ਦੋਨੇ ਹੱਥ जोड़ के ਤੁਹਾਡੇ ਸਾਹਮਣੇ ਇੱਕ ਬੇਨਤੀ ਲੈ ਕੇ ਆਇਆ। ਅੱਜ ਕੱਲ੍ਹ ਕਰੋਨਾ ਸੰਬੰਧੀ ਜਿਹੜੇ ਕੁਝ ਤੱਤ ਐਸੇ ਨੇ, ਮੈਂ ਕੀ ਸ਼ਬਦ ਕਹਾਂ, ਮਤਲਬ ਕੀ ਉਹਨਾਂ ਦੀ ਸੋਚ ਹੈ, ਉਹ ਸਮਾਜ 'ਚ ਇੱਦਾਂ ਦੀਆਂ ਅਫਵਾਹਾਂ ਫੈਲਾ ਰਹੇ ਹੈ। ਪਹਿਲਾਂ ਹੀ ਕੁਦਰਤ ਦੀ ਪ੍ਰਕੋਪੀ ਹੈ, ਪਰ ਇਸ ਤਰ੍ਹਾਂ ਦੀਆਂ ਅਫਵਾਹਾਂ ਦੇ ਨਾਲ ਜਿਹੜੀ ਸਥਿਤੀ ਸੰਭਾਲਣ ਦੇ ਵਿੱਚ ਸਾਨੂੰ ਦਿੱਕਤ ਆ ਰਹੀ ਹੈ, ਉੱਥੇ ਹੀ ਜਿਹੜੀ ਲੌਂਗ ਰਨ ਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰ ਸਕਦੀ ਹੈ ਜੇ ਅਸੀਂ ਟੈਸਟ ਪੰਜਾਬੀਆਂ ਨੇ ਨਾ ਕਰਾਏ। ਇੱਕ ਕਿਸੇ ਨੇ ਅਫਵਾਹ ਫੈਲਾਤੀ ਕਿ ਵੀ ਜਿਹੜੇ ਕਰੋਨਾ ਦੇ ਮਰੀਜ਼ ਅੰਦਰ ਜਾਂਦੇ ਆ ਵੀ ਉਹਨਾਂ ਦੇ ਅੰਗ ਕੱਢ ਲਏ ਜਾਂਦੇ ਆ। ਤੁਸੀਂ ਆਪ ਸੋਚੋ ਕਿ ਜਿਹੜਾ ਬੰਦਾ ਇੰਨਾ ਮਤਲਬ ਕਰੋਨਾ ਨਾਲ ਪੀੜਤ ਹੋਵੇ ਜਾਂ ਇੰਨਾ ਵੀਕ ਹੋਵੇ, ਕੋਈ ਇਸ ਤਰ੍ਹਾਂ ਦੀ ਗੱਲ ਸੋਚ ਵੀ ਸਕਦਾ? ਇਕੱਲੇ ਲੁਧਿਆਣੇ ਜ਼ਿਲ੍ਹੇ 'ਚੋਂ 78% ਲੋਕ ਇਸ ਬਿਮਾਰੀ ਨਾਲ ਠੀਕ ਹੋ ਕੇ ਆਪਦੇ ਘਰੀ ਜਾ ਚੁੱਕੇ ਹੈ। ਇਹ ਬਿਲਕੁਲ ਕੋਰੀ ਅਫਵਾਹ ਹੈਗੀ ਹੈ, ਇਹਦਾ ਕੋਈ ਸਿਰ ਪੈਰ ਨਹੀਂ ਹੈ। ਇਸ ਤੋਂ ਇਲਾਵਾ ਕੁਝ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਵੀ ਜਦੋਂ ਵੀ ਕੋਈ ਬੰਦਾ ਕਰੋਨਾ ਨਾਲ ਪੀੜਤ ਡਿਕਲੇਅਰ ਹੁੰਦਾ ਤਾਂ ਉਹਦੇ ਨਾਲ 3 ਲੱਖ ਰੁਪਈਆ ਮਿਲਦਾ ਹੈ। ਇਹ ਵੀ ਕੋਰੀ ਅਫਵਾਹ ਹੈ। ਕਿ ਤੁਸੀਂ ਇੱਕ ਸਿਆਣਾ ਬਿਆਣਾ ਬੰਦਾ ਇਹ ਸੋਚ ਸਕਦਾ ਵੀ ਕਿਸੇ ਨੂੰ ਜਸਟ ਡਿਕਲੇਅਰ ਕਰਨ ਦੇ ਨਾਲ ਅੱਜ ਤੱਕ ਤਾਂ ਫਿਰ ਹਜ਼ਾਰਾਂ ਕਰੋੜ ਰੁਪਈਆ ਪੰਜਾਬ 'ਚ ਆ ਜਾਂਦਾ, ਪੰਜਾਬ ਦੀ ਨੁਹਾਰ ਬਦਲ ਜਾਣੀ ਸੀ। ਇੱਕ ਕਿਸੇ ਨੇ ਅਫਵਾਹ ਫੈਲਾਈ ਜਾ ਰਹੀ ਹੈ ਸੋਸ਼ਲ ਮੀਡੀਆ 'ਤੇ ਕਿ ਵੀ ਧੱਕੇ ਨਾਲ ਲੈ ਜਾਂਦੇ ਆ। ਤੁਸੀਂ ਆਪਦੇ ਆਲੇ ਦੁਆਲੇ ਦੇਖ ਲਓ, ਅੱਜ ਤੱਕ ਕਿਸੇ ਨੂੰ ਧੱਕੇ ਨਾਲ ਲੈ ਕੇ ਗਏ ਹੈ? ਜੇ ਕਿਸੇ ਦਾ ਇਲਾਜ ਹੋਣਾ ਹੈ ਤਾਂ ਉਹਨੇ ਆਪਦੀ ਮਰਜ਼ੀ ਨਾਲ ਕਰਨਾ। ਹੁਣ ਤਾਂ ਹੋਮ ਆਈਸੋਲੇਸ਼ਨ ਦਾ ਪ੍ਰੋਸੈਸ ਐਡਾ ਆਸਾਨ ਕਰਤਾ ਵੀ ਜੇ ਤੁਸੀਂ ਟੈਸਟ ਲੈਂਦੇ ਹੀ ਫਾਰਮ ਭਰਦੇ ਹੋ ਜਾਂ ਜਦੋਂ ਤੁਹਾਡਾ ਪੋਜ਼ੀਟਿਵ ਆ ਜਾਏ ਉਦੋਂ ਕਹਿ ਦਿਓ ਵੀ ਮੈਂ ਆਪਦੇ ਘਰੇ ਮੇਰੇ ਕਮਰਾ ਹੈਗਾ, ਮੈਂ ਉੱਥੇ ਰਹਿਣਾ। ਅਫਵਾਹਾਂ ਨਾਲ ਅਸੀਂ ਨਜਿੱਠ ਲਾਂਗੇ, ਪਰ ਜਿਹੜਾ ਬੰਦਾ ਆਪਾਂ ਨੂੰ ਇੱਕ ਤਰ੍ਹਾਂ ਨਾਲ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ, ਤੁਸੀਂ ਪੰਜਾਬੀ ਐਡੇ ਸਿਆਣੇ, ਸੂਝਵਾਨ, ਬਲਸ਼ਾਲੀ, ਆਪਣਾ ਮਤਲਬ ਕਿਹੜੇ ਵਿਸ਼ੇਸ਼ਣ ਪੰਜਾਬੀਆਂ ਨਾਲ ਨਹੀਂ ਲੱਗਦੇ, ਉਹ ਬੰਦਾ ਆਪਣੀ ਬੁੱਕਲ 'ਚ ਮੂੰਹ ਦੇ ਕੇ ਹੱਸ ਰਿਹਾ ਹੋਣਾ ਵੀ ਇਹ ਬੰਦੇ ਕਿੱਡੇ ਯਾਨੀ ਕਿ ਲਾਈ ਲੱਗ ਹੈਗੇ ਨੇ, ਮੇਰੇ ਪਿੱਛੇ ਲੱਗ ਗਏ। ਇਹ ਆਪਣੀ ਬੁੱਧੀ ਦਾ ਵੀ ਪਰੀਖਣ ਹੈਗਾ। ਮੈਨੂੰ ਤਾਂ ਇੱਕ ਇਹ ਕਰੋਨਾ ਸੰਕਟ ਤਾਂ ਹੈ ਹੀ ਹੈ, ਇੱਕ ਇਹ ਬੁੱਧੀ ਦਾ ਸੰਕਟ ਵੀ ਕਈ ਵਾਰੀ ਲੱਗਦਾ। ਜਦੋਂ ਪਿੰਡਾਂ ਦੇ ਪਿੰਡ ਇੱਦਾਂ ਦੇ ਮਤੇ ਪਾ ਰਹੇ, ਮੈਨੂੰ ਬੜਾ ਅਫਸੋਸ ਹੁੰਦਾ। ਪਿੰਡਾਂ ਦੀਆਂ ਜਿਹੜੀਆਂ ਲੋਕ ਹੁੰਦੇ ਨੇ ਮੋਹਤਬਰ, ਉਹ ਉਸ ਪਿੰਡ ਦੀ ਬੁੱਧੀ ਨੂੰ ਪ੍ਰਗਟ ਕਰਦੇ ਨੇ। ਜੇ ਇਸ ਤਰ੍ਹਾਂ ਦੀਆਂ ਝੂਠੀਆਂ ਵੀਡੀਓਜ਼ ਦੇ ਵਿੱਚ ਆਪਾਂ ਆ ਗਏ ਤਾਂ ਇਹਦੇ ਨਾਲ ਆਪਾਂ ਕਿਸ ਤਰ੍ਹਾਂ ਦਾ ਮੈਸੇਜ ਦੇ ਰਹੇ ਹਾਂ? ਔਰ ਇਸ ਤਰ੍ਹਾਂ ਦੀਆਂ ਝੂਠੀਆਂ ਅਫਵਾਹਾਂ ਅੱਜ ਤੋਂ ਹੀ ਚੱਲੀਆਂ। ਤੁਸੀਂ ਆਪਣੀਆਂ ਲੋਕ ਕਹਾਣੀਆਂ 'ਚ ਸੁਣਿਆ ਵੀ ਇੱਕ ਵਾਰੀ ਕੋਈ ਬੰਦਾ ਬੱਕਰੀਆਂ ਤੇ ਮੇਮਣੇ ਲੈ ਕੇ ਜਾਈ ਜਾਂਦਾ ਸੀ, 3-4 ਠੱਗਾਂ ਨੇ ਸੋਚ ਲਿਆ ਵੀ ਅਸੀਂ ਇਹਨੂੰ ਠੱਗਣਾ ਹੈਗਾ। ਪਹਿਲਾਂ ਇੱਕ ਨੇ ਆ ਕੇ ਕਿਹਾ, ਕਹਿੰਦਾ ਵੀ ਤੂੰ ਆ ਕੁੱਤਾ ਕਿੱਥੇ, ਕਤੂਰਾ ਕਿੱਥੇ ਲੈ ਕੇ ਜਾਈ ਜਾਂਦਾ। ਫਿਰ ਦੂਜੇ ਨੇ ਕਿਹਾ ਦੇਖੋ ਕੀ ਜ਼ਮਾਨਾ ਆ ਗਿਆ, ਕਤੂਰਾ ਲਈ ਫਿਰੀ ਜਾਂਦਾ। ਜਦੋਂ ਤੀਜੇ ਬੰਦੇ ਨੇ ਇੱਕ ਕਹਿਤਾ, ਕਹਿੰਦਾ ਹੱਦ ਹੀ ਹੋ ਗਈ ਯਾਰ, ਚੰਗਾ ਭਲਾ ਕਿਸਾਨ ਹੈ, ਦੇਖੋ ਕਤੂਰਾ ਲਈ ਜਾਂਦਾ, ਉਹ ਬੰਦੇ ਨੇ ਮੇਮਣਾ ਹੀ ਸੁੱਟਤਾ। ਵੀ ਇਹ ਠੱਗਾਂ ਨੇ ਇਸ ਤਰ੍ਹਾਂ ਕਰਕੇ ਉਹ ਬੰਦੇ ਨੂੰ ਮੂਰਖ ਬਣਾਇਆ। ਇਹ ਅੱਜ ਕੱਲ੍ਹ ਵਟਸਐਪ ਦਾ ਯੁੱਗ ਆ ਗਿਆ, ਇਹੋ ਜਿਹੇ ਠੱਗ ਤੁਹਾਨੂੰ ਆਮ ਨਹੀਂ ਤੁਰੇ ਫਿਰਦੇ ਦਿਖਦੇ, ਇਹੋ ਜਿਹੀਆਂ ਅਫਵਾਹ ਫੈਲਾਉਂਦੇ ਨੇ। ਔਰ ਇਹਨਾਂ ਲੋਕਾਂ ਨੂੰ ਸ਼ਾਇਦ ਇਸ ਗੱਲ 'ਚੋਂ ਕੋਈ ਤਸੱਲੀ ਮਿਲਦੀ ਹੈ ਜਾਂ ਕੋਈ ਮਜ਼ਾ ਆਉਂਦਾ ਹੈ ਜਾਂ ਕਿਸੇ ਬੰਦੇ ਦੇ ਇਸ਼ਾਰੇ 'ਤੇ ਕਰ ਰਹੇ ਨੇ, ਮੈਂ ਤਾਂ ਕਹਿ ਨਹੀਂ ਸਕਦਾ। ਪਰ ਆਪਾਂ ਕਿਰਪਾ ਕਰਕੇ ਇਸ ਚੀਜ਼ ਤੋਂ ਬਚੀਏ, ਇਹਨਾਂ ਅਫਵਾਹਾਂ 'ਚ ਨਾ ਆਈਏ। ਜੇ ਤੁਸੀਂ ਆਪਦੇ ਟੈਸਟ ਨਹੀਂ ਕਰਾਉਂਦੇ, ਬੰਦਾ ਭਾਵੇਂ ਦੀ ਠੀਕ ਹੋਵੇ, ਪਰ ਉਹਦੇ ਜਿਹੜੇ ਬਜ਼ੁਰਗ ਮਾਂ ਪਿਓ ਨੇ ਜਾਂ ਉਹਦੇ ਬੱਚੇ ਨੇ ਜਾਂ ਘਰ 'ਚ ਕੋਈ ਐਸਾ ਬੰਦਾ ਹੈ ਜਿਹੜਾ ਪਹਿਲਾਂ ਤੋਂ ਹੀ ਕੋਈ ਕਿਡਨੀ ਦੀ ਸਮੱਸਿਆ ਹੈ, ਕੋਈ ਹੋਰ ਪ੍ਰੋਬਲਮ ਹੈ ਉਹਨੂੰ, ਜਾਂ ਦਿਲ ਦੀ ਸਮੱਸਿਆ ਹੈ, ਕੋਈ ਉਹਦਾ BP ਹਾਈ ਰਹਿੰਦਾ ਹੈ, ਸ਼ੂਗਰ ਰਹਿੰਦੀ ਹੈ, ਉਹਦੇ ਲਈ ਇਹ ਘਾਤਕ ਹੋ ਸਕਦਾ ਹੈਗਾ। ਇੱਕ ਹੋਰ ਗੱਲ ਹੈ, ਜੇ ਚਲੋ ਇਹ ਝੂਠ ਨੂੰ ਤੁਸੀਂ ਇਹ ਕਹਿੰਦੇ ਹੋ ਵੀ ਆਪਾਂ ਇਹਨੂੰ ਕਸੌਟੀ 'ਤੇ ਹੀ ਪਰਖਣਾ ਚਾਹੀਏ, ਅਮਰੀਕਾ ਵਰਗੇ ਦੇਸ਼ ਜਿਹੜੇ ਕਿ ਸਾਡੇ ਤੋਂ ਕਿਤੇ ਹੀ ਯਾਨੀ ਕਿ 50 ਸਾਲ ਹੀ ਅੱਗੇ ਹੈਗੇ ਨੇ ਵਿਕਾਸ ਦੇ ਦੌਰ 'ਚ, UK ਵਰਗੇ ਦੇਸ਼ ਜਿੱਥੋਂ ਦਾ ਕਿ ਪ੍ਰਧਾਨ ਮੰਤਰੀ ਆਪ ਬਿਮਾਰ ਰਿਹਾ, ਨਿਊਯਾਰਕ ਦੇ ਵਿੱਚ ਕਿੰਨੇ ਬੰਦਿਆਂ ਦੀ ਜਾਨ ਚਲੀ ਗਈ ਹੈਗੀ ਹੈ, ਇਟਲੀ ਦੇ ਵਿੱਚ ਜਿੱਥੇ ਜਾਣ ਲਈ ਆਪਣੇ ਬੰਦਿਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ, ਕੈਨੇਡਾ ਦਾ ਤੁਸੀਂ ਦੇਖ ਲਓ, ਉਹਨਾਂ ਨੇ ਇਸ ਸਾਲ ਸਾਰੀਆਂ ਫਲਾਈਟਾਂ ਹੀ ਬੰਦ ਕਰਤੀਆਂ ਔਰ ਕਿੰਨੇ ਬੰਦਿਆਂ ਦੀ ਜਾਨ ਚਲੀ ਗਈ ਹੈਗੀ ਹੈ। ਉਸ ਤੋਂ ਇਲਾਵਾ ਤੁਸੀਂ ਜਰਮਨੀ ਦਾ ਦੇਖ ਲਓ, ਪੂਰੇ ਯੂਰਪ ਦਾ ਦੇਖ ਲਓ, ਕਿ ਇਹ ਸਾਰੇ ਦੇਸ਼ਾਂ 'ਚ ਇਹੀ ਇੱਦਾਂ ਹੀ ਹੋ ਰਿਹਾ। ਸੋ ਮੇਰੇ ਵੀਰੋ, ਆਪਾਂ ਸਿਆਣੇ ਬਣੀਏ। ਜਿਹੜੇ ਡਾਕਟਰ ਨੇ, ਨਰਸਾਂ ਨੇ ਤੁਹਾਡੀ ਜਾਨ ਬਚਾਉਣ ਲਈ ਹੈਗੇ ਨੇ, ਔਰ ਇਹ ਸਾਰੇ ਦਾ ਨਤੀਜਾ ਇਹ ਹੋ ਰਿਹਾ ਕਿਉਂਕਿ ਲੁਧਿਆਣੇ 'ਚ ਵੱਡੇ ਹਸਪਤਾਲ ਨੇ। ਮੈਂ ਤੁਹਾਨੂੰ ਇਹ ਸਹੁੰ ਖਾ ਕੇ ਕਹਿ ਸਕਦਾ ਕਿ ਇਸ ਅਫਵਾਹ ਕਰਕੇ ਲੋਕ ਟੈਸਟ ਨਹੀਂ ਕਰਾ ਰਹੇ, ਔਰ ਜਦੋਂ ਸਾਹ ਚੜ੍ਹਨ ਲੱਗਦਾ ਹੈ, ਜਦੋਂ ਫੇਫੜਿਆਂ ਦੀ ਆਕਸੀਜਨ 80 ਤੋਂ ਵੀ ਥੱਲੇ ਰਹਿ ਜਾਂਦੀ ਹੈ, ਉਦੋਂ ਇੱਧਰ ਨੂੰ ਭੱਜਦੇ ਨੇ। ਔਰ ਉਦੋਂ
पूरियां कोशिशां करके भी डॉक्टर मशीन ला के भी वेंटीलेटर ला के भी जे बंदे की ऑक्सीजन इन्नी घट जे कई बार जान नहीं बचती। रोज़ की रोज़ तुहानूं खबरां आउंदियां ने भी इन्ने बंदियां की मौत हो गई। सो आपां हर बंदे नूं जिहड़ा कोई टेस्ट कराउंदा या पॉजिटिव आउंदा उहनूं हस्पताल आउण की लोड़ नहीं, मैं मनदा, पर इसे अफवाह च आके कि ਜਿਹੜੇ ਹਸਪਤਾਲ 'ਚ ਜਾਣ ਦੀ ਲੋੜ ਨਹੀਂ, ਇਹਦਾ ਇਹ ਮਤਲਬ ਨਹੀਂ ਵੀ ਟੈਸਟ ਵੀ ਕਰਾਉਣ ਦੀ ਲੋੜ ਨਹੀਂ। ਜੇ ਆਪਾਂ ਨੂੰ ਪਤਾ ਹੈ ਵੀ ਕਿਤੇ ਹੜ੍ਹ ਆ ਗਿਆ ਜਾਂ ਕਿਸੇ ਨਦੀ 'ਚੋਂ ਆਪਾਂ ਲੰਘ ਰਹੇ ਹਾਂ, ਜੇ ਆਪਾਂ ਨੂੰ ਪਤਾ ਹੈ ਵੀ ਮੈਂ ਨਦੀ 'ਚੋਂ ਲੰਘ ਰਿਹਾ, ਪਾਣੀ 'ਚੋਂ ਲੰਘ ਰਿਹਾ, ਆਪਾਂ ਬੋਝ ਕੇ ਪੈਰ ਧਰਾਂਗੇ, ਜਿੱਥੇ ਪਾਣੀ ਡੂੰਘਾ ਹੋਊਗਾ ਆਪਾਂ ਬਚਾਅ ਕਰ ਲਾਂਗੇ। ਐਵੇਂ ਜ਼ਿਕਰੀ ਜੇ ਬਿਮਾਰੀ ਆਪਾਂ ਟੈਸਟ ਕਰਾਇਆ ਹੋਊਗਾ ਆਪਾਂ ਬੋਝ ਕੇ ਤੁਰਾਂਗੇ, ਕਮਰੇ 'ਚ ਬੈਠੇ ਰਵਾਂਗੇ, ਜਿੱਦੇ ਆਪਣੀ ਹਾਲਤ ਖਰਾਬ ਹੋਊਗੀ ਨਾਲ ਦੀ ਨਾਲ ਇਲਾਜ ਕਰਾ ਲਾਂਗੇ। ਪਰ ਇੱਕ ਮਤਲਬ ਬੇਖਬਰੀ ਦੇ ਆਲਮ 'ਚ ਜੇ ਆਪਾਂ ਟੈਸਟ ਹੀ ਨਹੀਂ ਕਰਾਵਾਂਗੇ, ਜਦੋਂ ਬਿਮਾਰੀ ਵਧੂਗੀ ਆਪਾਂ ਨੂੰ ਕਿਵੇਂ ਪਤਾ ਲੱਗੂਗਾ। ਉਧਰ ਲੋਕਾਂ ਦੀ ਆਕਸੀਜਨ ਘਟੀ ਹੁੰਦੀ ਹੈ, ਟੈਸਟ ਕਰਾਇਆ ਨਹੀਂ ਹੁੰਦਾ, ਹਸਪਤਾਲ ਦੇ ਤਰਲੇ ਮਿਹਨਤ ਕਰਦੇ ਆ ਟੈਸਟ ਕਰਨ ਨੂੰ ਹੀ। ਜਿਹੜਾ RT-PCR ਟੈਸਟ ਹੈ ਉਹ ਜੇ ਹਸਪੀਟਲ ਦੀ ਲੈਬ ਖੁਦ ਵੀ ਟੈਸਟ ਕਰੇ ਉਹਨੂੰ 10-12 ਘੰਟੇ ਰਿਜ਼ਲਟ ਨੂੰ ਲੱਗ ਜਾਂਦੇ ਆ। ਜਿਹੜਾ ਰੈਪਿਡ ਟੈਸਟ ਹੈ ਉਹਨੂੰ ਅੱਧੇ ਘੰਟੇ 'ਚ ਰਿਜ਼ਲਟ ਆ ਜਾਂਦਾ, ਬਟ ਉਹਦੀ ਬਾਵਜੂਦ ਉਹਨੂੰ ਕਨਫਰਮ ਕਰਨ ਲਈ RT-PCR ਟੈਸਟ ਜ਼ਰੂਰੀ ਹੁੰਦਾ ਹੈਗਾ। तो ਜਿਹੜੇ ऐसे बंदे ਜਦੋਂ ਇਹਨਾਂ ਦੀ ਹਾਲਤ ਵਿਗੜਦੀ ਹੈ ਫਿਰ ਇਹ ਮਿਹਨਤ ਕਰਦੇ ਨੇ, ਫਿਰ ਕਈ ਵਾਰੀ ਮਿਹਨਤ ਕਰਕੇ ਵੀ ਡਾਕਟਰਾਂ ਕੋਲੇ ਇੰਨਾ ਟਾਈਮ ਨਹੀਂ ਹੁੰਦਾ ਕਿ ਜਾਨ ਬਚਾ ਸਕਣ, ਕਿਉਂਕਿ ਜਿਹੜੀ ਜੇ ਇੱਕ ਵਾਰੀ ਫੇਫੜਿਆਂ ਦੀ ਆਕਸੀਜਨ ਨੂੰ ਜਿਹੜੀ ਸੋਖਣ ਦੀ क्षमता ਘਟ ਜੇ ਉਹਦਾ ਇੱਕ ਟਾਈਮ ਹੈ ਇਲਾਜ ਕਰਨ ਦਾ ਵੀ। ਸੋ ਮੇਰੀ ਤੁਹਾਨੂੰ ਬੇਨਤੀ ਹੈ ਇਹਨਾਂ ਅਫਵਾਹਾਂ 'ਚ ਆਪਾਂ ਨਾ ਆਈਏ, ਔਰ ਜਿਹੜੇ ਇਸ ਤਰ੍ਹਾਂ ਦੀਆਂ ਅਫਵਾਹਾਂ ਵੀਰ ਫੈਲਾ ਰਹੇ ਆ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਪੰਜਾਬ ਨੇ ਪਹਿਲਾਂ ਹੀ ਬੜਾ ਨੁਕਸਾਨ ਝੱਲਿਆ ਅਫਵਾਹਾਂ ਕਰਕੇ, ਆਪਾਂ ਇਹਨੂੰ ਹੋਰ ਪਾਸੇ ਨਾ ਧੱਕੀਏ। ਸਾਡਾ ਬਹੁਤ ਸਾਰੀ એનર્ਜੀ ਟਾਈਮ ਜਿਹੜਾ ਹੈਗਾ ਟੈਸਟ ਕਰਨ 'ਤੇ ਲੱਗ ਰਿਹਾ, ਲੋਕਾਂ ਦਾ ਇਲਾਜ ਕਰਨ 'ਤੇ ਲੱਗ ਰਿਹਾ। ਹੁਣ ਜੇ ਅਸੀਂ ਇਸ ਚੀਜ਼ 'ਤੇ ਵੀ ਟਾਈਮ ਲਾਉਣ ਲੱਗ ਗਏ ਵੀ ਅਫਵਾਹਾਂ ਵਾਲਿਆਂ ਦੇ ਮਗਰ ਫਿਰੀ ਜਾਈਏ ਤਾਂ ਉਹ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਜਾਣਾ। ਔਰ ਮੇਰੀ ਜਿਹੜੇ ਸਾਡੇ ਸੂਝਵਾਨ ਵੀਰ ਭੈਣ ਨੇ, ਸਾਡੇ ਸਰਪੰਚ ਸਾਹਿਬਾਨ ਨੇ, ਨੰਬਰਦਾਰ ਨੇ, MC ਸਾਹਿਬਾਨ ਨੇ, ਸਾਡੇ ਜਿੰਨੇ ਵੀ ਸਮਾਜ ਦੇ ਸਿਰਕੱਢ ਲੋਕ ਨੇ, ਉਹਨਾਂ ਨੂੰ ਵੀ ਬੇਨਤੀ ਹੈ ਵੀ ਐਸੇ ਲੋਕ ਜਿਹੜੇ ਤੁਹਾਡੇ ਏਰੀਏ 'ਚ ਅਫਵਾਹ ਫੈਲਾ ਰਹੇ ਆ, ਯੂ ਆਰ ਦਾ ਫਸਟ ਪਰਸਨ ਟੂ ਰਿਸਪੌਂਡ, ਜਿਹਨੂੰ ਕਿ ਸਭ ਤੋਂ ਪਹਿਲਾਂ ਪਤਾ ਲੱਗਦਾ ਕਿ ਤੁਹਾਡੇ ਏਰੀਏ ਦਾ ਮਾਹੌਲ ਕੌਣ ਖਰਾਬ ਕਰ ਰਿਹਾ। ਤੁਸੀਂ ਇਹਨਾਂ ਨਾਲ ਸਿੱਝੋ, ਸਾਨੂੰ ਕਿਰਪਾ ਕਰਕੇ ਆਪਣਾ ਕੰਮ ਕਰਨ ਦਿਓ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਡੀ ਇਸ ਅਪੀਲ 'ਤੇ ਕੰਨ ਧਰੋਗੇ ਅਤੇ ਆਪਦੇ ਟੈਸਟ ਕਰਾਓਗੇ, ਅਤੇ ਜਿਹੜੀਆਂ ਟੀਮਾਂ ਆਉਣਗੀਆਂ ਕਿਉਂਕਿ ਉਹ ਆਪਦੇ ਸਿਰ ਧੜ ਦੀ ਬਾਜੀ ਲਾ ਕੇ ਆਪਦੀ ਜਾਨ ਦੀ ਪਰਵਾਹ ਨਾ ਕਰਕੇ ਟੈਸਟ ਕਰ ਰਹੀਆਂ ਨੇ, ਉਹਨਾਂ ਨੂੰ ਉਲਟਾ ਤੁਸੀਂ ਸਵਾਗਤ ਕਰੋਗੇ ਔਰ ਉਹਨਾਂ ਨੂੰ ਸਹਿਯੋਗ ਦਿਓਗੇ। ਧੰਨਵਾਦ।